गुड इवनिंग जी सारिਆਂ ਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਵੇਂ ਹੋ ਜੀ ਸਾਰੇ? मैं उम्मीद करती हाँ कि सारे वधिया होणगे, सुरक्षित होणगे ते पॉजिटिव रहणगे, ठीक है, ते अपने अपने घरां दे विच खुश होणगे। सब तो पहला जी अज अपना जिहड़ा नवां जो आपां कही नवीं सीरीज़ जिहड़ी है चलाई है, ठीक है, जिहड़ी आपां CDP मॉक टैसट वास्ते चलाई है। CDP मॉक टैसट जो होएगी एंटीटी ते सुपरवाइजर आंगनवाड़ी सुपरवाइजर दी जो 112 पोस्ट ने ਉਹਦੇ ਵਾਸਤੇ ਇਹ ਸੀਰੀਜ਼ ਜਿਹੜੀ ਹੈ ਚਲਾਈ ਜਾ ਰਹੀ ਹੈ। ਕੱਲ ਸਿਲੇਬਸ ਦੇਖਿਆ ਸੀ ਉਹਨਾਂ ਦਾ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦਾ, ਜਿਹਦੇ ਵਿੱਚ ਮੋਸਟ ਆਫ ਦਾ ਟੌਪਿਕਸ ਸਾਡੇ ਚੈਨਲ ਦੇ ਪਏ ਹੋਏ ਆ। ਵੈਕਸੀਨੇਸ਼ਨ ਹੋ ਗਿਆ, ਚਾਈਲਡ ਡਿਵੈਲਪਮੈਂਟ ਹੋ ਗਿਆ, ਬੱਚਿਆਂ ਦਾ ਵਾਧਾ ਤੇ ਵਿਕਾਸ, ਨਿਊਟ੍ਰੀਸ਼ਨ ਵਗੈਰਾ ਹੋ ਗਿਆ, ਉਹ ਸਾਰਾ ਤੁਸੀਂ ਦੇਖ ਸਕਦੇ ਹੋ ਆਂਗਨਵਾੜੀ ਸੁਪਰਵਾਈਜ਼ਰ ਵਾਲੇ ਵੀ, ਠੀਕ ਹੈ। ਅੱਜ CDP ਮੌਕ ਟੈਸਟ ਪਾर्ट 1 ਰਹੇਗਾ। हले तक अगर तुसी साडे चैनल नाल नहीं जुड़े तो लाइक शेयर जरूर कर दिओ, सबसक्राइब कर दिओ जे तुहानूं वधिया लगे तो डिस्कशन, ठीक है। नीचे साडे WhatsApp ग्रुप है, 2 WhatsApp ग्रुप बनाए हुए हैं, एक फुल हो गया, दूसरे तुसी जिहड़े है ज्वाइन कर सकते हो, ठीक है जी। आपां अज CDP मॉक टैसट जिहड़ा है मतलब शुरू करन जा रहे हैं ਤੇ ਇਹਦੇ ਵਿੱਚ ਟੋਟਲ 15 ਕੁਐਸਚਨ ਹੋਣਗੇ ਤੇ ਮਿਕਸ ਪੈਡਾਗੋਜੀ ਹੋਏਗੀ। ਮਿਕਸ ਪੈਡਾਗੋਜੀ ਮਿਕਸ ਚਾਈਲਡ ਡਿਵੈਲਪਮੈਂਟ ਹੋਏਗਾ, ਜਿਹਦੇ ਵਿੱਚ ਕੁਝ ਟੌਪਿਕਸ ਚਾਈਲਡ ਡਿਵੈਲਪਮੈਂਟ ਦੇ ਹੋਣਗੇ, ਕੁਝ ਟੌਪਿਕਸ ਬੱਚਿਆਂ ਨਾਲ ਰਿਲੇਟਡ ਹੋਣਗੇ, ਪ੍ਰੀ ਪ੍ਰਾਇਮਰੀ ਵਾਲੇ, ਕੁਝ ਨਿਊਟ੍ਰੀਸ਼ਨ ਨਾਲ, ਇੱਦਾਂ ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨਸ ਤੁਹਾਨੂੰ ਇਹਦੇ ਵਿੱਚ ਵੇਖਣ ਨੂੰ ਮਿਲਣਗੇ, ਠੀਕ ਹੈ ਜੀ। ਸੋ ਸਪੋਰਟ ਕਰਿਓ। ਲਾਸਟ ਤੇ ਆਪਣੇ ਮਾਰਕਸ ਦੱਸਣਾ ਨਾ ਭੁੱਲਿਓ ਵੀ ਤੁਹਾਡੇ ਕਿੰਨੇ ਨੰਬਰ ਬਣੇ, ਠੀਕ ਹੈ। ਤੇ ਪਹਿਲਾ ਕੁਐਸਚਨ ਦੇਖੋ, ਹੇਠ ਲਿਖਿਆਂ ਵਿੱਚੋਂ ਕਿਹੜੇ ਕਮਿਸ਼ਨ ਨੇ ਕਾਮਨ ਸਕੂਲ ਸਿਸਟਮ ਦੇ ਸਿਧਾਂਤ ਦੀ ਸਿਫਾਰਿਸ਼ ਕੀਤੀ? ਕਾਮਨ ਸਕੂਲ ਸਿਸਟਮ ਇਹਦੇ ਸਿਧਾਂਤ ਦੀ ਸਿਫਾਰਿਸ਼ ਕਿਸਨੇ ਕੀਤੀ ਸੀ? ਠੀਕ ਹੈ, ਕੋਠਾਰੀ ਕਮਿਸ਼ਨ ਨੇ, ਮੁਦਾਲੀਅਰ ਕਮਿਸ਼ਨ, ਰਾਸ਼ਟਰੀ ਸਿੱਖਿਆ ਨੀਤੀ ਜਾਂ ਸਾਰਜੈਂਟ ਰਿਪੋਰਟ। ਤੁਸੀਂ ਨੀਚੇ ਕਮੈਂਟ ਵਿੱਚ ਵੀ ਆਨਸਰ ਦਿਆ ਕਰੋ, ਨੀਚੇ ਕਮੈਂਟ ਵਿੱਚ ਵੀ ਲਿਖਿਆ ਕਰੋ। ਕੋਈ ਡਾਊਟ ਹੋਇਆ, ਕੁਝ ਪੁੱਛਣਾ ਹੋਇਆ ਤਾਂ ਜ਼ਰੂਰ ਤੁਸੀਂ ਕਮੈਂਟ ਕਰ ਸਕਦੇ ਹੋ। ਤਾਂ ਦੇਖੋ, ਕਾਮਨ ਸਕੂਲ ਸਿਸਟਮ ਦੇ ਸਿਧਾਂਤ ਦੀ ਸਿਫਾਰਿਸ਼ ਇੱਕ ਕਮਿਸ਼ਨ ਬਣਿਆ ਸੀ, ਕਮਿਸ਼ਨ ਬਿਠਾਇਆ ਗਿਆ ਸੀ, ਕੋਠਾਰੀ ਕਮਿਸ਼ਨ, ਠੀਕ ਹੈ, ਜਿਨ੍ਹਾਂ ਨੇ ਕਾਮਨ ਸਕੂਲ ਸਿਸਟਮ ਦੀ ਗੱਲ ਕੀਤੀ ਸੀ। 3 ਲੈਂਗੁਏਜ ਫਾਰਮੂਲਾ ਦੱਸੇ ਸੀ। 3 ਲੈਂਗੁਏਜ ਫਾਰਮੂਲਾ ਕੀ ਸੀ? ਪਹਿਲੀ ਭਾਸ਼ਾ ਬੱਚੇ ਦੀ ਮਾਤ ਭਾਸ਼ਾ, ਦੂਜੀ ਭਾਸ਼ਾ ਹਿੰਦੀ, ਠੀਕ ਹੈ, ਤੇ ਤੀਜੀ ਭਾਸ਼ਾ ਇੰਟਰਨੈਸ਼ਨਲ ਲੈਂਗੁਏਜ ਇੰਗਲਿਸ਼। ਮਤਲਬ ਪਹਿਲੀ ਭਾਸ਼ਾ ਬੱਚੇ ਦੀ ਮਾਤ ਭਾਸ਼ਾ ਹੋਏਗੀ, ਦੂਜੀ ਭਾਸ਼ਾ ਮਤਲਬ ਜਿਹੜੀ ਆਪਣੀ ਨੈਸ਼ਨਲ ਲੈਂਗੁਏਜ ਹੈ ਹਿੰਦੀ, ਤੇ ਥਰਡ ਜਿਹੜੀ ਹੈ ਇੰਗਲਿਸ਼ ਹੋਏਗੀ। ਤੇ ਕਾਮਨ ਸਕੂਲ ਸਿਸਟਮ ਦੀ ਵੀ ਗੱਲ ਜਿਹੜੀ ਹੈ ਕੋਠਾਰੀ ਕਮਿਸ਼ਨ ਨੇ ਹੀ ਕੀਤੀ ਸੀ। ਕਲੀਅਰ? ਨਾਲ ਨਾਲ ਤੁਸੀਂ ਆਪਣੇ ਜਿਹੜੇ ਹੈ ਨੋਟਬੁੱਕ ਜਿਹੜੀ ਹੈ ਕੋਲੇ ਰੱਖਿਆ ਕਰੋ, CDP ਮੌਕ ਟੈਸਟ ਪਾर्ट 1 ਲਿਖ ਕੇ, ਤੇ ਨਾਲ ਨਾਲ ਆਪਣੇ ਜਿਹੜੇ ਮਾਰਕਸ ਜਿਹੜੇ ਉੱਥੋਂ ਹੀ ਡਿਸਾਈਡ ਕਰ ਲਿਆ ਕਰੋ ਵੀ ਤੁਸੀਂ ਕਿੰਨਾ ਕੁ ਪੜ੍ਹੇ ਹੋ ਤੇ ਤੁਹਾਡੀ ਰਿਵੀਜ਼ਨ ਕਿੰਨੀ ਕੁ ਹੈ। ਆਲਰੇਡੀ ਆਪਾਂ 32-33 ਵੀਡੀਓਜ਼ ਆ ਚੁੱਕੀਆਂ। ਮਿਕਸ ਵਿੱਚ ਆਪਾਂ GK ਵੀ ਹੈ, ਠੀਕ ਹੈ, ਵਿੱਚ CDP ਬਹੁਤ ਜ਼ਿਆਦਾ ਕਰਵਾਈ ਗਈ ਹੈ, ਬਿਲਕੁਲ ਫ੍ਰੀ ਦੇ ਵਿੱਚ, ਕੋਈ ਮਤਲਬ ਤੁਹਾਡਾ ਪੈਸਾ ਨਹੀਂ ਲੱਗਣਾ। ਪੂਰੀ ਚੈਪਟਰਸ ਕਰਵਾਏ ਹੋਏ ਆ ਤਾਂ ਤੁਸੀਂ ਉੱਥੇ ਜਾ ਕੇ ਦੇਖ ਲਓ, ਠੀਕ ਹੈ, ਪਲੇਲਿਸਟ। ਸੈਕਿੰਡ ਕੁਐਸਚਨ, अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ECCE ਜੋ NTT ਵਾਲੇ ਆਪਣਾ ਡਿਪਲੋਮਾ ਵੀ ਉਹਨਾਂ ਦਾ ਹੈ DECE, ਤਾਂ ਉਹਦੀ ਸਿਫਾਰਿਸ਼ ਕਿਹਨੇ ਕੀਤੀ ਗਈ ਸੀ? ਮਤਲਬ ਉਹ ਸਭ ਤੋਂ ਪਹਿਲਾਂ ਕਿਹਨੇ ਸ਼ੁਰੂ ਕੀਤਾ ਸੀ अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ? ਇਹ ਸੁਪਰਵਾਈਜ਼ਰ ਵਾਲਿਆਂ ਵਾਸਤੇ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੇ NTT ਵਾਲਿਆਂ ਵਾਸਤੇ ਵੀ, ਕਿਉਂਕਿ ਦੋਨਾਂ ਵਿੱਚ ਹੀ ਪੁੱਛਿਆ ਜਾਊਗਾ। ਤੇ ਆਂਗਨਵਾੜੀ ਸੁਪਰਵਾਈਜ਼ਰ ਵਾਸਤੇ ਵੀ ਛੋਟੇ ਬੱਚਿਆਂ ਦਾ ਹੀ ਸਾਰਾ ਕੁਝ ਪੁੱਛਿਆ ਜਾਂਦਾ ਹੈ। ਇਹ ਕਿਹਨੇ ਦੱਸਿਆ ਸੀ ਜੀ? ਰਾਸ਼ਟਰੀ ਸਿੱਖਿਆ ਨੀਤੀ 1968 ਦੁਆਰਾ, ਰਾਸ਼ਟਰੀ ਸਿੱਖਿਆ ਨੀਤੀ 1986 ਦੁਆਰਾ, ਕੋਠਾਰੀ ਕਮਿਸ਼ਨ ਦੁਆਰਾ, ਜਾਂ ਫਿਰ ਰਾਮ ਮੂਰਤੀ ਰਿਵਿਊ ਕਮੇਟੀ 1990 ਦੁਆਰਾ। ECCE ਪ੍ਰੋਗਰਾਮ ਦੀ ਸਿਫਾਰਿਸ਼ ਕਿਸਨੇ ਕੀਤੀ ਸੀ? ਤਾਂ ਇਹ ਕੀਤੀ ਸੀ ਜੀ ਰਾਸ਼ਟਰੀ ਸਿੱਖਿਆ ਨੀਤੀ 1986 ਦੁਆਰਾ, ਠੀਕ ਹੈ ਜੀ। ਸੈਕਿੰਡ ਇਜ਼ ਦਾ ਰਾਈਟ ਆਪਸ਼ਨ। ਨੈਕਸਟ ਹੈ ਥਰਡ ਕੁਐਸਚਨ, ਬੌਧਿਕ ਵਿਕਾਸ ਦਾ ਕੀ ਮਤਲਬ ਹੈ? ਬੌਧਿਕ ਵਿਕਾਸ ਕੀ ਹੁੰਦਾ? ਬੁੱਧੀ ਦਾ ਵਿਕਾਸ, ਬੱਚੇ ਦਾ ਵਿਕਾਸ, ਸਰੀਰਕ ਕੁਸ਼ਲਤਾ ਦਾ ਵਿਕਾਸ ਜਾਂ ਵਿਅਕਤੀ ਦਾ ਵਿਕਾਸ? ਦੇਖੋ ਜੀ, ਸਰੀਰਕ ਕੁਸ਼ਲਤਾ ਦਾ ਵਿਕਾਸ ਤਾਂ ਹੋਊਗਾ ਫਿਜ਼ੀਕਲ ਡਿਵੈਲਪਮੈਂਟ, ਠੀਕ ਹੈ, ਇਹਨੂੰ ਆਪਾਂ ਕਹਾਂਗੇ ਸਰੀਰਕ ਵਿਕਾਸ। ਵਿਅਕਤੀ ਦਾ ਵਿਕਾਸ, ਜਦੋਂ ਵਿਅਕਤੀ ਦੇ ਸਾਰੇ ਆਲ ਡਾਇਮੈਂਸ਼ਨਸ ਦਾ ਵਿਕਾਸ, ਉਹਨੂੰ ਬੋਲਦੇ ਆ ਸਰਵ ਪੱਖੀ ਵਿਕਾਸ। ਬੱਚੇ ਦਾ ਵਿਕਾਸ ਕੱਲਾ ਬੌਧਿਕ ਵਿਕਾਸ ਹੀ ਬੱਚੇ ਦਾ ਵਿਕਾਸ ਹੈ? ਨਹੀਂ, ਬੌਧਿਕ ਹੁੰਦਾ ਆਪਣੀ ਬੁੱਧੀ ਦਾ ਵਿਕਾਸ, ਠੀਕ ਹੈ। ਬੌਧਿਕ ਵਿਕਾਸ ਦਾ ਮਤਲਬ ਇਹ ਹੁੰਦਾ ਕੋਗਨੀਟਿਵ ਡਿਵੈਲਪਮੈਂਟ, ਸਾਡੀ ਇੰਟੈਲੀਜੈਂਸ ਦਾ ਵਿਕਾਸ, ਸਾਡੀ ਇੰਟੈਲੀਜੈਂਸ, ਸਾਡੀ ਤਰਕ ਕਰਨ ਦੀ ਸਮਰੱਥਾ, ਸਮੱਸਿਆ ਨੂੰ ਸਮਾਧਾਨ ਕਰਨ ਦੀ ਯੋਗਤਾ, ਉਹ ਸਾਰਾ ਜਿਹੜਾ ਵਿਕਾਸ ਆ ਉਹਨੂੰ ਬੋਲਦੇ ਆ ਬੌਧਿਕ ਵਿਕਾਸ, ਠੀਕ ਹੈ। ਆਪਣੇ ਚੈਨਲ ਤੇ ਵੈਕਸੀਨੇਸ਼ਨ ਦਾ ਪੂਰਾ ਟੌਪਿਕ ਪਿਆ,
ठीक है। पूरा नोट्स भी है तो क्वेश्चंस भी करवाए हुए हैं, तुसीं देखियो जरूर। पोक्सो एक्ट दी 2 वीडियोज़ है, हिस्टरी एंड फिलोसफी दी 3 वीडियोज़ बनाई हुई हैं, अर्ली चाइल्डहुड डिफॉर्मिटीज़ बहुत हैल्पफुल रहेंगे थोड़े पेपर वास्ते। नैक्सट देखो जी 4th क्वेश्चन, कोई डाउट होया तो ज़रूर जिहड़ा है कमेंट करके पूछना। क्लासिकल अनुकूलन दा प्रावर्तक कौन सी, मतलब क्लासिकल कंडीशनिंग, क्लासिकल कंडीशनिंग किने दिती सी, ठीक है। क्लासिकल कंडीशनिंग किने दिती सी, स्किनर ने, पैवलव ने, वॉटसन ने, थॉर्नडाइक ने। जो बिहेवियरिज्म के पितामह हैं, जिन्होंने जिन्होंने आप जनक भी बोलते हैं बिहेवियरिज्म का, व्यवहारवाद का, वो है वॉटसन, बट यदा आंसर जोड़ा है वॉटसन नहीं होएगा, ठीक है। तो वॉटसन नहीं हो सकता। देखो क्लासिकल कंडीशनिंग ते ऑपरेंट कंडीशनिंग, ये 2 तरह की कंडीशनिंग की गल की है। ऑपरेंट कंडीशनिंग दिता है स्किनर ने, तो क्लासिकल कंडीशनिंग दिता है जी पैवलव ने, इरान पैवलव। इन्होंने कुत्ते ते प्रयोग किया सी, ते कुत्ते नूं बिल्कुल पैसिव रखिया सी, कुत्ता कोई काम नहीं करता सी, बस सिर्फ बैठना उहदा काम सी, ठीक है। जदों घंटी वजदी भोजन नाल उहनूं दिता जांदा, ठीक है। एक बार की होया, सिर्फ घंटी वजी पर भोजन नहीं आया, पर उहदे मूँह चों लार जिहड़ी है वो टपकी, मूँह चों लार आई। इनू बोलते क्लासिकल कंडीशनिंग, हैबिट फॉर्मेशन, आदत का निर्माण करना, प्रैक्टिस करनी, ठीक है। ये नाल ही रिलेटेड है। तो जिहड़ी सीगी अपनी क्लासिकल कंडीशनिंग की गल हुई, ऑपरेंट कंडीशनिंग दी सी BF स्किनर ने, ठीक है, जो अमेरिकन साइकोलॉजिस्ट सी। तो BF स्किनर की कहते सी कि उन्होंने RS कंडीशनिंग की गल की है, रिस्पॉन्स स्टिमुलस, कि जिहड़ा चूहे ते प्रयोग किया सी इन्होंने, ठीक है। एक जो है उन्होंने बोलते स्किनर बॉक्स, ठीक है। चूहे नूं एक बॉक्स के विच रखा गया सी, ते चूहा जिहड़ा है वो की सी, पैसिव नहीं सी, एक्टिव सी। पहला वो खुद जिहड़ा है लभ रहा सी, उन्होंने भुखा रखा गया, भोजन की तलाश में इधर उधर घूम रहा सी। अचानक वह पैर जिहड़ा है एक तश्तरी ते मतलब टिकिया, तो फिर उन्होंने भोजन मिलिया, ठीक है। ऐदा कि पहला रिस्पॉन्स करेगा चूहा, फिर उन्होंने स्टिमुलस दिता जाएगा। पहला वो कोई काम करूगा, फिर उन्होंने इनाम दिता जाऊगा। बट पैवलव के केस दे विच पहला की है स्टिमुलस दिता जाऊगा, फिर रिस्पॉन्ड होगा, ठीक है। ये फर्क है दोनों के कंडीशनिंग दे विच, समझ आ गई। पैवलव ने, ईरान पैवलव ने क्लासिकल कंडीशनिंग दी है, तुसीं नाल लिख लो। थॉर्नडाइक ने की किया, यतन अते भुल का सिद्धांत दिता है, ट्रायल एंड एरर थ्योरी दी है। BF स्किनर ने की दिता, जो है RS कंडीशनिंग दी है। तो वॉटसन जिहड़े है वो की सीगे बिहेवियरिज्म, जिन्हां ने बिहेवियरिज्म का जनक बोलिया जाता, ठीक है। बिहेवियरिज्म के जनक वॉटसन, ठीक है। वॉटसन ने ही ये कथन किया है कि तुसीं मैनूं 3 दर्जन 2 दर्जन बच्चे तो मैं उन्होंने डॉक्टर इंजीनियर कुछ भी बना सकता हाँ, ठीक है। किद्दां बना सकता हाँ, व्यवहारवाद के थ्रू, मतलब प्रैक्टिस करके, आदत का निर्माण करके। अगे चलिए जी, देखो अगला क्वेश्चन 5th क्वेश्चन। जो समस्या का सिर्फ एक ही उत्तर होवे, उस उत्तर वाल सेधित होने नूं डैश सोच कहते हैं। भी अपने कोल भी हुण 4 ऑप्शन है, समस्या का जो सिर्फ एक ही उत्तर है ना, इस प्रॉब्लम का सिर्फ एक ही आंसर होएगा, सारे आंसर तो नहीं हो सकते। तो उन्होंने किहड़ी सोच कहते हैं? केंद्रमुखी, केंद्रमुखी होंदी है जी कन्वर्जेंट, रचनात्मक मीनस क्रिएटिव, विकेंद्रमुखी मीनस डाइवर्जेंट, ते मानसिक ढांचा। किहड़ी सोच उन्होंने कहा जाता जो अपने को 4 ऑप्शन दिते होण, या फिर मतलब 4-5 जिन्ने भी ऑप्शन दिते होण, तो उहदे विचों एक आंसर लभना होवे, किहड़ी हुंदी है जी ओह, किहड़ी सोच उन्होंने आप बोलते हैं कन्वर्जेंट, केंद्रमुखी। कन्वर्जेंट जिन्हों बुद्धि नाल रिलेट किया सी JP गिलफर्ड ने। तो जिहड़ी आ है भी केंद्रमुखी डाइवर्जेंट, ये बहुत इंपॉर्टेंट है। 2 तरह दी थिंकिंग हुंदी है, डाइवर्जेंट ते कन्वर्जेंट। डाइवर्जेंट थिंकिंग किन्ना विच पाई जाती है, जिहड़े बच्चे क्रिएटिव हुंदे हैं, जिहड़ा कोई भी क्रिएटिव इंसान है उहदे विच डाइवर्जेंट थिंकिंग पाई जाती है, विकेंद्रमुखी, ठीक है। भी वो अलग अलग दिशावां दे विच सोचदा है, वो इक्को ही ऑप्शन नहीं देखता, वो अलग अलग ऑप्शनस देखता है। कन्वर्जेंट दे विच की हुंदा है भी सिर्फ अपने कोले एक आंसर ही होगा, मतलब जिन्ने मर्जी ऑप्शन दिते होण एक आंसर ही होएगा उस चीज़ का, उन्होंने बोलते हैं कन्वर्जेंट। JP गिलफर्ड ने डाइवर्जेंट थिंकिंग नूं किहदे नाल जोड़िया, क्रिएटिविटी नाल, ते केंद्रमुखी मतलब कन्वर्जेंट नूं किहदे नाल जोड़िया होया है, बुद्धि दे नाल। ये बुद्धि वाले चैप्टर के बहुत डिटेल के तुहानूं समझाया हुआ है। जेकर तुसीं ये समझना चाहते हो, जेकर तुहानूं क्लीयर नहीं होया तो वो पहला वीडियो देखो। क्लास नंबर मेरे याद नहीं है प्रॉपर, पर प्लेलिस्ट तुसीं चैक कर सकते हो, ठीक है। अगे देखो जी 6th क्वेश्चन।
ਰਚਨਾਤਮਕਤਾਵਾਦ ਦਾ ਸਿਧਾਂਤ ਜ਼ੋਰ ਦਿੰਦਾ ਹੈ। ਰਚਨਾਤਮਕਤਾਵਾਦ ਮੀਨਸ ਕੰਸਟਰਕਟਿਵਿਜ਼ਮ, ਜਿਹਦੇ ਵਿੱਚ ਕੌਣ ਸੀ ਜੀ? ਜੀਨ ਪਿਆਜੇ, ਠੀਕ ਹੈ, ਲੈਵ ਵਾਈਗੋਟਸਕੀ, ਜਿਓਰਮ ਬਰੂਨਰ। ਤਾਂ ਉਹ ਕਹਿੰਦੇ ਕਿਹਦੇ ਤੇ ਜ਼ੋਰ ਦਿੰਦਾ ਹੈ? ਸਿੱਖਣ ਵਿੱਚ ਅਧਿਆਪਕ ਦੇ ਯੋਗਦਾਨ ਤੇ, ਜਾਣਕਾਰੀ ਨੂੰ ਯਾਦ ਰੱਖਣਾ ਅਤੇ ਪਰਖ ਸਮੇਂ ਦੱਸਣਾ, ਗਿਆਨ ਪ੍ਰਾਪਤ ਕਰਨ ਵਿੱਚ ਅਨੁਕਰਨ ਦਾ ਯੋਗਦਾਨ, ਜਾਂ ਕੋਈ ਵੀ ਨਹੀਂ। ਕਿਹਦੇ ਤੇ ਜ਼ੋਰ ਦਿੰਦਾ ਆਪਣਾ ਕੰਸਟਰਕਟਿਵਿਜ਼ਮ ਦਾ ਸਿਧਾਂਤ? ਜਾਣਕਾਰੀ ਨੂੰ ਯਾਦ ਰੱਖਣਾ ਤੇ ਪਰਖ ਸਮੇਂ ਦੱਸਣਾ, ਇਹ ਤਾਂ ਬਿਲਕੁਲ ਗਲਤ ਹੈ। ਉਹ ਐਵੇਂ ਕਹਿੰਦੇ ਆ ਵੀ ਜਿਹੜਾ ਉਹ ਖੁਦ ਨਿਰਮਾਣ ਕਰੇ, ਮਤਲਬ ਜੋ ਬੱਚਾ ਹੈ ਉਹ ਖੁਦ ਕੰਸਟਰਕਟ ਕਰੇ ਨੌਲੇਜ ਨੂੰ। ਗਿਆਨ ਪ੍ਰਾਪਤ ਕਰਨ, ਨਾ ਹੀ ਇਹਨਾਂ ਨੇ ਨਕਲ ਦਾ ਸਿਧਾਂਤ ਦਿੱਤਾ। ਹੁਣ ਰਹਿ ਗਏ ਫਸਟ ਐਂਡ ਲਾਸਟ, ਸਿੱਖਣ ਵਿੱਚ ਅਧਿਆਪਕ ਦੇ ਯੋਗਦਾਨ ਤੇ, ਜਾਂ ਫਿਰ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਤਾਂ ਸਿੱਖਣ ਵਿੱਚ ਅਧਿਆਪਕ ਦੇ ਯੋਗਦਾਨ ਤੇ ਇਹਨਾਂ ਨੇ ਜਸਟ ਇੰਨੀ ਗੱਲ ਕਹੀ ਹੈ ਕਿ ਅਧਿਆਪਕ ਇੱਕ ਫੈਸਿਲੀਟੇਟਰ ਹੋਣਾ ਚਾਹੀਦਾ। ਸਾਰਾ ਦਾ ਸਾਰਾ ਕੰਮ ਅਧਿਆਪਕ ਦਾ ਨਹੀਂ ਹੁੰਦਾ, ਬੱਚੇ ਖੁਦ ਕਰਦੇ ਆ। ਤਾਂ ਇਹ ਵੀ ਗਲਤ ਹੋ ਜਾਏਗਾ। ਤਾਂ ਇਹਦਾ ਆਪਸ਼ਨ ਜਿਹੜਾ ਹੈ ਡੀ ਹੋਏਗਾ। ਤੁਸੀਂ ਇਹ ਧਿਆਨ ਰੱਖਣਾ, ਬਹੁਤ ਹੀ ਰੇਅਰ ਆਪਸ਼ਨਸ ਦੇ ਵਿੱਚ ਡੀ ਹੁੰਦਾ, ਤੇ ਇਸ ਕੁਐਸਚਨ ਦਾ ਆਨਸਰ ਬਿਲਕੁਲ ਡੀ ਹੋਏਗਾ, ਕਿਉਂਕਿ ਨਾ ਹੀ ਇਹਨਾਂ ਨੇ ਇੰਨੀ ਅਧਿਆਪਕ ਦੇ ਯੋਗਦਾਨ ਤੇ ਗੱਲ ਕੀਤੀ ਆ। ਇਹਨਾਂ ਨੇ ਸਿਰਫ ਇੰਨਾ ਕਿਹਾ ਕਿ ਅਧਿਆਪਕ ਜਿਹੜਾ ਫੈਸਿਲੀਟੇਟਰ ਹੋਣਾ ਚਾਹੀਦਾ, ਸੁਵਿਧਾ ਕਰਤਾ ਹੋਣਾ ਚਾਹੀਦਾ, ਬੱਚਿਆਂ ਨੂੰ ਉਹ ਸਾਰਾ ਮਟੀਰੀਅਲ ਪ੍ਰੋਵਾਈਡ ਕਰਵਾਉਣ ਵਾਲਾ ਹੋਵੇ, ਬਸ ਬੱਚੇ ਖੁਦ ਨਿਰਮਾਣ ਕਰਨਗੇ, ਠੀਕ ਹੈ। ਨਾ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਨੁਕਰਨ ਕਰੇ, ਬੱਚਾ ਨਕਲ ਕਰੇ, ਜਾਣਕਾਰੀ ਨੂੰ ਯਾਦ ਰੱਖੇ, ਮੈਮੋਰਾਈਜੇਸ਼ਨ ਕਰੇ, ਘੋਟਾ ਲਗਾਵੇ, ਬਿਲਕੁਲ ਗਲਤ ਇਹਨਾਂ ਨੇ ਉਹਨੂੰ ਮੰਨਿਆ। ਰੱਟਾ ਲਗਾਉਣਾ, ਮੈਮੋਰਾਈਜ਼ ਕਰਨਾ, ਠੀਕ ਹੈ। ਅੱਗੇ ਦੇਖੋ ਜੀ 7th ਕੁਐਸਚਨ। ਅੱਜ 15 ਕੁਐਸਚਨ ਹੋਣਗੇ ਤੇ 15 ਚੋਂ ਤੁਸੀਂ ਦੱਸਣਾ ਤੁਹਾਡੇ ਕਿੰਨੇ ਨੰਬਰ ਆਏ। ਇਹ ਇੱਕ ਮੰਨਿਆ ਤੱਥ ਹੈ ਕਿ ਔਰਤਾਂ ਵਧੀਆ ਅਧਿਆਪਕ ਬਣ ਸਕਦੀਆਂ ਹਨ, ਮਤਲਬ ਲੇਡੀਜ਼ ਜੋ ਹੈ ਉਹ ਵਧੀਆ ਟੀਚਰ ਬਣ ਸਕਦੀਆਂ ਹੈ, ਖਾਸ ਤੌਰ ਤੇ ਪ੍ਰਾਇਮਰੀ ਸਕੂਲਾਂ ਦੇ ਵਿੱਚ, ਮੀਨਸ ਨਰਸਰੀ ਟੂ 5th ਦੇ ਸਕੂਲਾਂ ਦੇ ਵਿੱਚ। ਇਹਦਾ ਕੀ ਕਾਰਨ ਹੈ ਕਿ ਆਪਾਂ ਇਹ ਕਹਿੰਦੇ ਹਾਂ ਵੀ ਜਿਹੜੇ ਮਤਲਬ ਜੈਂਟਸ ਹੁੰਦੇ ਆ ਉਹਨਾਂ ਨਾਲੋਂ ਜ਼ਿਆਦਾ ਵਧੀਆ ਜਿਹੜੀ ਹੈ ਲੇਡੀਜ਼ ਹੈਂਡਲ ਕਰ ਸਕਦੀਆਂ, ਲੇਡੀਜ਼ ਇੱਕ ਵਧੀਆ ਟੀਚਰ ਬਣ ਸਕਦੀ ਹੈ। ਤਾਂ ਪਹਿਲਾ ਕੋਈ ਆਪਸ਼ਨ ਦੇਖੋ, ਉਹ ਤਣਾਅ ਭਰਪੂਰ ਸਥਿਤੀਆਂ ਨੂੰ ਵਧੀਆ ਢੰਗ ਨਾਲ ਨਜਿੱਠ ਸਕਦੀਆਂ ਹਨ, ਉਹ ਘੱਟ ਤਨਖਾਹ 'ਤੇ ਕੰਮ ਕਰਨ ਲਈ ਤਿਆਰ ਹਨ, ਉਹਨਾਂ ਨੂੰ ਰੁਜ਼ਗਾਰ ਦੀ ਜ਼ਿਆਦਾ ਲੋੜ ਹੈ, ਜਾਂ ਉਹ ਕਈ ਕੰਮ ਇਕੱਠੇ ਕਰਨ ਦੇ ਯੋਗ ਹੈ ਤੇ ਨਿਮਰ ਵੀ ਨਹੀਂ। ਇਹ ਤਾਂ ਕੋਈ ਆਪ ਨੂੰ ਐਪਰੋਪਰੀਏਟ ਨਹੀਂ ਹੈਗਾ ਵੀ ਉਹ ਕਈ ਕੰਮ ਇਕੱਠੇ ਕਰਨ ਦੇ ਯੋਗ ਹੈ, ਜਾਂ ਫਿਰ ਉਹਨਾਂ ਨੂੰ ਰੁਜ਼ਗਾਰ ਦੀ ਜ਼ਿਆਦਾ ਲੋੜ ਹੈ, ਤਾਂ ਕੋਈ ਇੰਨਾ ਜ਼ਰੂਰੀ ਨਹੀਂ ਹੈ। ਨਾ ਹੀ ਉਹ ਘੱਟ ਤਨਖਾਹ 'ਤੇ ਕੰਮ ਕਰਨ ਲਈ ਤਿਆਰ ਹੈ। ਤਨਖਾਹ ਬਹੁਤ ਮਿਲਦੀ ਹੈ ਟੀਚਰਸ ਨੂੰ, ਇਹ ਵੀ ਪਤਾ ਤੁਹਾਨੂੰ, ਗੌਰਮੈਂਟ ਟੀਚਰਸ ਨੂੰ ਇੰਨੀ ਕੁ ਤਾਂ ਮਿਲਦੀ ਹੈ ਕਿ ਉਹ ਵਧੀਆ ਲਾਈਫ ਸਟਾਈਲ ਜੀ ਸਕਦੇ ਆ। ਸੋ ਇਹਦਾ ਆਪਸ਼ਨ ਫਸਟ ਹੀ ਬਣਿਆ ਆਨਸਰ। ਉਹ ਤਣਾਅ ਭਰਪੂਰ ਸਥਿਤੀਆਂ ਨੂੰ, ਮਤਲਬ ਅਗਰ ਤਣਾਅ ਭਰਪੂਰ ਸਥਿਤੀਆਂ ਬਣ ਜਾਂਦੀਆਂ ਕਈ ਵਾਰ ਕਿ ਮਤਲਬ ਕੋਈ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਹੈ ਤਾਂ ਉਹਨੂੰ ਵਧੀਆ ਢੰਗ ਨਾਲ ਹੈਂਡਲ ਕਰ ਸਕਦੀਆਂ, ਵਧੀਆ ਢੰਗ ਨਾਲ ਬੱਚਿਆਂ ਨੂੰ ਹੈਂਡਲ ਕਰ ਸਕਦੀਆਂ। ਮਤਲਬ ਅਗਰ ਆਪਾਂ ਕਹੀਏ ਤਾਂ ਜੈਂਟਸ ਦੇ ਮੁਕਾਬਲੇ ਤਾਂ ਲੇਡੀਜ਼ ਜਿਹੜੀਆਂ ਹੈ ਵਧੀਆ ਟੀਚਰ ਜਿਹੜੀਆਂ ਹੈ ਬਣ ਸਕਦੀਆਂ। ਉਹ ਮਤਲਬ ਪ੍ਰੋਬਲਮ ਨੂੰ ਸੋਲਵ ਕਰ ਸਕਦੀਆਂ, ਇਮੋਸ਼ਨਲੀ ਸੋਚਦੀਆਂ, ਠੀਕ ਹੈ। ਇਸ ਕਰਕੇ ਵੀ ਇਹਨੂੰ ਇਸ ਨਾਲ ਸੋਚਿਆ ਜਾ ਸਕਦਾ ਵੀ ਤਣਾਅ ਭਰਪੂਰ ਸਥਿਤੀਆਂ ਨੂੰ, ਮਤਲਬ ਕੋਈ ਸਥਿਤੀ ਇਹੋ ਜਿਹੀ ਕ੍ਰੀਏਟ ਹੋ ਜਾਂਦੀ ਹੈ ਤਾਂ ਉਹਦੇ ਲਈ ਵਧੀਆ ਢੰਗ ਨਾਲ ਨਜਿੱਠ ਸਕਦੀ। ਕਲੀਅਰ ਜੀ। ਨੈਕਸਟ 8th ਕੁਐਸਚਨ। ਜੇ ਬੱਚਾ 16 ਨੂੰ ਲਿਖਦਾ ਹੈ 61 ਤੇ B ਤੇ D ਵਿੱਚ ਉਲਝ ਜਾਂਦਾ ਹੈ, ਮਤਲਬ 16 ਨੂੰ ਲਿਖ ਦਿੰਦਾ ਉਹ 61 ਤੇ B ਨੂੰ ਲਿਖ ਦਿੰਦਾ D, ਤਾਂ ਉਹ ਕੀ ਹੈ, ਉਹਨੂੰ ਕੀ ਪ੍ਰੋਬਲਮ ਹੈ? ਉਹਨੂੰ ਕੀ ਦੇਖਣ ਦਾ ਵਿਕਾਰ ਹੈ? ਉਹਨੂੰ ਦਿਖਦਾ ਨਹੀਂ ਇਸ ਕਰਕੇ ਉਲਟਾ ਲਿਖ ਦਿੰਦਾ ਹੈ। ਫਿਰ ਜੇ ਉਹਨੂੰ ਦਿਖਦਾ ਹੀ ਨਹੀਂ ਤਾਂ ਫਿਰ ਉਹ 16 ਨੂੰ 61 ਕਿਵੇਂ ਪਾ ਦਿੰਦਾ ਹੈ, B ਨੂੰ D ਕਿਵੇਂ ਪਾ ਦਿੰਦਾ ਹੈ? ਜਿਹੜੇ ਬੱਚਿਆਂ ਨੂੰ ਦਿਖਦਾ ਹੀ ਨਹੀਂ ਉਹ ਕੁਝ ਹੋਰ ਵੀ ਤਾਂ ਪਾ ਸਕਦਾ ਹੈ, ਠੀਕ ਹੈ। ਮਾਨਸਿਕ ਵਿਕਾਰ ਨਹੀਂ, ਮੰਦਬੁੱਧੀ ਨਹੀਂ, ਇਹ ਹੈ ਲਰਨਿੰਗ ਡਿਸੇਬਿਲਟੀ, ਬੱਚੇ ਦੇ ਵਿੱਚ ਸਿੱਖਣ ਅਯੋਗਤਾ, ਇਹਨੂੰ ਬੋਲਦੇ ਡਿਸਲੈਕਸੀਆ, ਜਦੋਂ ਬੱਚਾ ਭਾਸ਼ਾ ਨੂੰ ਸਮਝਣ ਵਿੱਚ ਪ੍ਰੋਬਲਮ ਫੇਸ ਕਰਦਾ, ਠੀਕ ਹੈ। ਇੱਕ ਹੁੰਦਾ ਡਿਸਲੈਕਸੀਆ, ਡਿਸਕੈਲਕੁਲੀਆ, ਇਹਦੀ ਵੀਡੀਓ ਵੀ ਆਪਣੇ ਚੈਨਲ ਤੇ ਪਈ ਹੈ ਲਰਨਿੰਗ ਡਿਸੇਬਿਲਟੀ ਦੀ, ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ। ਡਿਸਲੈਕਸੀਆ, ਡਿਸਕੈਲਕੁਲੀਆ, ਡਿਸਗ੍ਰਾਫੀਆ, ਠੀਕ ਹੈ, ਇਹ ਸਾਰੀਆਂ ਜਿਹੜੀਆਂ ਹੈ ਲਰਨਿੰਗ ਡਿਸੇਬਿਲਟੀਜ਼ ਹੈ। ਨੈਕਸਟ ਕੁਐਸਚਨ ਦੇਖੋ ਜੀ 9th ਕੁਐਸਚਨ। ਕੋਹਲਬਰਗ ਦੇ ਨੈਤਿਕ ਵਿਕਾਸ ਦੇ ਪੜਾਅ ਸੰਬੰਧਿਤ ਹਨ, ਕਿਹਦੇ ਨਾਲ ਸੰਬੰਧਿਤ ਹਨ? ਕੋਹਲਬਰਗ ਦੇ ਨੈਤਿਕ ਵਿਕਾਸ ਦੇ ਪੜਾਅ। ਜੋ ਕੋਹਲਬਰਗ ਨੇ ਮਤਲਬ 3 ਸਟੇਜ ਜੋ ਹੈ 3 ਲੈਵਲ ਦਿੱਤੇ, ਪ੍ਰੀ ਕਨਵੈਨਸ਼ਨਲ, ਕਨਵੈਨਸ਼ਨਲ, ਪੋਸਟ ਕਨਵੈਨਸ਼ਨਲ, ਤੇ ਉਹਦੀਆਂ 2-2 ਸਟੇजेस ਦਿੱਤੀਆਂ, ਮਤਲਬ ਟੋਟਲ 6 ਸਟੇजेस ਦਿੱਤੀਆਂ। ਤਾਂ ਉਹ ਕਿਹਦੇ ਨਾਲ ਰਿਲੇਟਡ ਹੈ? ਐਰਿਕਸਨ ਦੇ ਮਨੋਸਮਾਜਿਕ ਸਿਧਾਂਤ ਨਾਲ,
ਸਲੀਵਨ ਦੇ ਅੰਤਰਕਿਰਿਆ ਪੜਾਉਣ ਨਾਲ, ਪਿਆਜੇ ਦੇ ਨੈਤਿਕ ਵਿਕਾਸ ਪੜਾਉਣ ਨਾਲ, ਜਾਂ ਫਰੋਇਡ ਦੇ ਮਨੋਲਿੰਗਿਕ। ਇੱਕ ਫਰੋਇਡ ਨੇ ਜਿਹੜਾ ਹੈ ਮਨੋਲਿੰਗਿਕ ਸਾਈਕੋਸੈਕਸ਼ੁਅਲ ਥਿਊਰੀ ਦਿੱਤੀ ਆ, ਜਿਹਨੂੰ ਆਪਾਂ ਡਿਸਕਸ ਕਰਾਂਗੇ ਆਪਣੇ ਚੈਨਲ ਤੇ, ਬਹੁਤ ਇੰਪੋਰਟੈਂਟ ਹੈ। ਪਰ ਉਹ ਕੋਲਬਰਗ ਦੇ ਨੈਤਿਕ ਵਿਕਾਸ ਨਾਲ ਰਿਲੇਟਡ ਨਹੀਂ ਹੈ, ਨਾ ਹੀ ਐਰਿਕਸਨ ਦਾ ਕੋਈ ਰਿਲੇਟਡ ਹੈ। ਇਹ ਰਿਲੇਟਡ ਹੈ ਜੀ ਪਿਆਜੇ ਦੇ ਨੈਤਿਕ ਵਿਕਾਸ ਦੇ ਪੜਾਅ ਨਾਲ। ਪਿਆਜੇ ਨੇ ਬੇਸਿਕਲੀ ਪਹਿਲਾਂ ਮੋਰਲ ਡਿਵੈਲਪਮੈਂਟ ਦੀ ਗੱਲ ਕੀਤੀ ਸੀ, ਉਹਦੇ ਤੋਂ ਇੰਸਪਾਇਰ ਹੋ ਕੇ, ਮਤਲਬ ਉਹਨਾਂ ਦੀ ਜਸਟ ਨਕਲ ਨਹੀਂ ਕੀਤੀ, ਉਹਨਾਂ ਤੋਂ ਇੰਸਪਾਇਰ ਹੋ ਕੇ ਜੋ ਕੋਹਲਬਰਗ ਹੈ ਉਹਨਾਂ ਨੇ ਮੋਰਲ ਡਿਵੈਲਪਮੈਂਟ ਦੀਆਂ ਸਟੇਜਿਸ ਦਿੱਤੀਆਂ, ਉਹਨਾਂ ਤੋਂ ਇੰਸਪਾਇਰ ਹੋ ਕੇ, ਉਹਨਾਂ ਨਾਲ ਰਿਲੇਟਡ ਹੀ ਹੈ ਇਹ। ਤੇ ਪਹਿਲਾਂ ਪਿਆਜੇ ਦੇ ਜਿਹੜੀ ਹੈ ਮੋਰਲ ਡਿਵੈਲਪਮੈਂਟ ਦੀ ਮਤਲਬ ਆਈ ਸੀ ਥਿਊਰੀ, ਉਸ ਤੋਂ ਬਾਅਦ ਉਹਨਾਂ ਨੇ ਕੋਗਨੀਟਿਵ ਥਿਊਰੀ ਦਿੱਤੀ। ਠੀਕ ਹੈ, ਇਹ ਆਪਾਂ ਕਰਾਂਗੇ। ਨੈਤਿਕ ਵਿਕਾਸ ਦਾ ਪੜਾਅ ਵੀ ਆਪਣੇ ਕੁਐਸਚਨਸ ਦੇ ਵਿੱਚ ਕਾਫੀ ਪੁੱਛਿਆ ਜਾ ਸਕਦਾ। ਪਿਆਜੇ ਨੇ ਪਹਿਲਾਂ ਜਿਹੜਾ ਹੈ ਨੈਤਿਕ ਵਿਕਾਸ ਦਾ ਪੜਾਅ, ਮਤਲਬ ਨੈਤਿਕ ਵਿਕਾਸ ਦਿੱਤਾ ਸੀ, ਉਹਦੀ ਥਿਊਰੀ ਦਿੱਤੀ ਸੀ। ਠੀਕ ਹੈ, ਨੈਕਸਟ ਦੇਖੋ ਜੀ 10th ਕੁਐਸਚਨ, ਕਿੰਡਰਗਾਰਟਨ ਜਾਂ ਨਰਸਰੀ ਸਕੂਲ ਬੱਚਿਆਂ ਦੇ ਗਲਤ ਵਿਵਹਾਰ ਨਾਲ ਨਿਪਟਣ ਦਾ ਠੀਕ ਤਰੀਕਾ ਕੀ ਹੈ? ਮਤਲਬ ਜਿਹੜੇ ਨਰਸਰੀ ਸਕੂਲ ਦੇ ਬੱਚੇ ਆ, ਅਗਰ ਉਹ ਗਲਤ ਵਿਵਹਾਰ ਕਰਦੇ ਆ, ਗਲਤ ਬਿਹੇਵ ਕਰਦੇ ਆ, ਤਾਂ ਉਹਨਾਂ ਨਾਲ ਨਿਪਟਣ ਦਾ ਠੀਕ ਤਰੀਕਾ ਕੀ ਹੈ? ਜ਼ਿਆਦਾ ਗਲਤ ਵਿਵਹਾਰ ਲਈ ਬੱਚੇ ਨੂੰ ਸਜ਼ਾ ਦੇਣੀ। ਛੋਟੇ ਬੱਚੇ ਨੂੰ ਤੁਸੀਂ ਕਿੰਨੀ ਕੁ ਸਜ਼ਾ ਦੇ ਸਕਦੇ ਹੋ? ਉਲੰਘਣਾ ਨੂੰ ਅਣਦੇਖਿਆ, ਅਗਰ ਤੁਸੀਂ ਇੱਕ ਵਾਰ ਉਹਨੂੰ ਇਗਨੋਰ ਕਰਤਾ, ਉਹ ਬਾਰ-ਬਾਰ ਇਹੀ ਹਰਕਤਾਂ ਕਰੇਗਾ ਤੇ ਕੀ ਪਤਾ ਉਹ ਨੈਕਸਟ ਲੈਵਲ ਤੱਕ ਉਸ ਹਰਕਤ ਨੂੰ ਕਰੇ। ਹਰ ਕਿਸਮ ਦੇ ਦੁਰਵਿਵਹਾਰ ਲਈ ਛੋਟੇ ਬੱਚੇ ਨੂੰ ਤੁਸੀਂ ਢੁਕਵੀਂ ਸਜ਼ਾ ਨਹੀਂ ਦੇ ਸਕਦੇ, ਉਹਨੂੰ ਤੁਹਾਨੂੰ ਪਿਆਰ ਨਾਲ ਡੀਲ ਕਰਨਾ ਪਏਗਾ। ਬੱਚਿਆਂ ਦੀ ਊਰਜਾ ਸ਼ਕਤੀ ਨੂੰ ਤੁਸੀਂ ਪੋਜ਼ਿਟਿਵ ਦਿਸ਼ਾ ਦਿਓਗੇ। ਮਤਲਬ ਜਿਹੜੀ ਉਹਦੀ ਉਹੀ ਊਰਜਾ ਹੈ ਜੋ ਉਹ ਨੈਗੇਟਿਵ ਕੰਮਾਂ 'ਚ ਲਗਾ ਰਿਹਾ, ਤਾਂ ਉਹਨੂੰ ਕਿਸੇ ਕੰਮ 'ਚ ਤੁਸੀਂ ਬਿਜ਼ੀ ਰੱਖੋਗੇ, ਜਿਹਦੇ ਨਾਲ ਪੋਜ਼ਿਟਿਵ ਉਹਨੂੰ ਤੁਸੀਂ ਦਿਸ਼ਾ ਦਿਓਗੇ, ਉਹਨੂੰ ਸਿਖਾਓਗੇ, ਉਹਨੂੰ ਕੁਝ ਪੜ੍ਹਾਓਗੇ, ਉਹਨੂੰ ਮੋਨੀਟਰਿੰਗ ਦਾ ਕੰਮ ਦਿਓਗੇ ਵੀ ਬੱਚਾ ਤੂੰ ਮੋਨੀਟਰਿੰਗ ਕਰ, ਤੂੰ ਬੱਚਾ ਨੂੰ ਦੇਖ, ਤੂੰ ਜਿਹੜਾ ਬੱਚਾ ਬੋਲਦਾ ਉਹਨੂੰ ਮੇਰੇ ਕੋਲ ਲੈ ਕੇ ਆ। ਠੀਕ ਹੈ, ਇੱਦਾਂ। ਤਾਂ ਬੱਚੇ ਦੀ ਉਹੀ ਊਰਜਾ ਜੋ ਉਹ ਮਤਲਬ ਲੜਾਈਆਂ ਝਗੜੇ 'ਚ ਦੁਰਵਿਵਹਾਰ 'ਚ ਲਗਾ ਰਿਹਾ ਸੀ, ਤਾਂ ਉਹਨੂੰ ਤੁਸੀਂ ਪੋਜ਼ਿਟਿਵ ਡਾਇਰੈਕਸ਼ਨ ਦੇ ਦੋਗੇ। ਕਲੀਅਰ? ਇੰਨੀ ਗੱਲ ਸਮਝ ਆ ਗਈ? ਅੱਗੇ ਦੇਖੋ ਜੀ ਨੈਕਸਟ 11th ਕੁਐਸਚਨ, ਇੱਕ ਬੱਚਾ ਦੂਸਰੇ ਰੋਂਦੇ ਹੋਏ ਬੱਚੇ ਨੂੰ ਚੁੱਪ ਕਰਾਉਣ ਲਈ ਜੇਕਰ ਆਪਣਾ ਖਿਡੌਣਾ ਆਸਾਨੀ ਨਾਲ ਦੇ ਦੇਵੇ ਤਾਂ ਉਸ ਦੇ ਵਿਵਹਾਰ ਨੂੰ ਤੁਸੀਂ ਕੀ ਕਹੋਗੇ? ਮਤਲਬ ਇੱਕ ਬੱਚਾ ਜੋ ਰੋ ਰਿਹਾ ਹੈ, ਦੂਸਰੇ ਰੋਂਦੇ ਹੋਏ ਬੱਚੇ ਨੂੰ, ਮਤਲਬ ਦੋ ਬੱਚੇ ਆ, ਠੀਕ ਹੈ, ਦੋ ਬੱਚੇ ਆ, ਇੱਕ ਬੱਚਾ ਰੋ ਰਿਹਾ ਹੈ, ਠੀਕ ਹੈ, ਤੇ ਇਹ ਵਾਲਾ ਬੱਚਾ ਇਹਨੂੰ ਆਪਣਾ ਖਿਡੌਣਾ ਜਿਹੜਾ ਹੈ ਦੇ ਦਿੰਦਾ ਈਜ਼ੀਲੀ, ਵੀ ਲੈ ਤੂੰ ਰੱਖ ਲਾ। ਠੀਕ ਹੈ, ਤਾਂ ਉਹ ਵਿਵਹਾਰ ਕੀ ਹੈ? ਸਮਾਜਿਕ ਵਿਕਾਸ ਹੈ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਹੈ, ਭਾਵਨਾਤਮਕ ਵਿਕਾਸ ਹੈ, ਗਿਆਨਾਤਮਕ ਵਿਕਾਸ ਹੈ। ਦੇਖੋ ਜੀ ਕੋਗਨੀਟਿਵ ਡਿਵੈਲਪਮੈਂਟ ਤਾਂ ਆਪਣੇ ਦਿਮਾਗ ਦੇ ਨਾਲ ਜੁੜਿਆ। ਅਗਰ ਬੱਚਾ ਕੁਝ ਸੋਚ ਕੇ ਕਰਦਾ, ਕੁਝ ਨਿਰਣਾ ਲੈਂਦਾ, ਫੈਸਲਾ ਲੈਂਦਾ ਜਾਂ ਤਰਕ ਲਗਾਉਂਦਾ, ਉਹ ਹੁੰਦਾ ਗਿਆਨਾਤਮਕ ਵਿਕਾਸ। ਸਮਾਜਿਕ ਵਿਕਾਸ ਦੀ ਇੱਥੇ ਕੋਈ ਗੱਲ ਨਹੀਂ ਹੈਗੀ, ਸਮਾਜਿਕ ਵਿਕਾਸ ਨਹੀਂ ਹੋ ਸਕਦਾ। ਸੋਸ਼ਲ ਡਿਵੈਲਪਮੈਂਟ ਤਾਂ ਮਤਲਬ ਇੱਕ ਸਮਾਜ ਦੇ ਵਿੱਚ ਕਿੰਨਾ ਕੁ ਤੁਹਾਡਾ ਡਿਵੈਲਪਮੈਂਟ ਹੋਇਆ, ਇਹ ਸਮਾਜਿਕ ਵਿਕਾਸ ਨਹੀਂ ਹੈ ਜੀ, ਇਹ ਇਮੋਸ਼ਨਲ ਡਿਵੈਲਪਮੈਂਟ ਹੈ। ਕਿ ਉਹ ਵਿਵਹਾਰ ਜਿਹੜਾ ਹੈ ਇਮੋਸ਼ਨਲ ਡਿਵੈਲਪਮੈਂਟ ਨਾਲ ਜੁੜਿਆ ਹੋਇਆ ਕਿ ਬੱਚਾ ਇੰਨਾ ਸਟੇਬਲ ਹੈ ਕਿ ਆਪਦਾ ਖਿਡੌਣਾ ਦੂਜੇ ਨੂੰ ਦੇ ਸਕਦਾ ਉਹਨੂੰ ਚੁੱਪ ਕਰਾਉਣ ਵਾਸਤੇ, ਤਾਂ ਉਹ ਇਮੋਸ਼ਨਲੀ ਲਿੰਕਡ ਹੈ। ਮਤਲਬ ਕਿ ਉਹ ਬੱਚਾ ਰੋ ਰਿਹਾ ਹੈ ਤੇ ਉਹ ਇਮੋਸ਼ਨਲੀ ਉਹਦੇ ਨਾਲ ਲਿੰਕ ਹੈ, ਉਹਦੇ ਨਾਲ ਅਟੈਚਡ ਹੈ, ਇਸ ਕਰਕੇ ਉਹ ਆਪਣਾ ਜਿਹੜਾ ਖਿਡੌਣਾ ਹੈ ਉਹ ਦੂਜੇ ਬੱਚੇ ਨੂੰ ਈਜ਼ੀਲੀ ਦੇ ਸਕਦਾ। ਠੀਕ ਹੈ, ਤੇ ਇਹ ਭਾਵਨਾਤਮਕ ਵਿਕਾਸ ਨਾਲ ਜੁੜੀ ਹੋਈ ਗੱਲ ਆ। ਠੀਕ ਹੈ, ਇਹ ਕਿਸੇ ਹੋਰ ਵਿਕਾਸ ਨਾਲ ਨਹੀਂ ਹੈ, ਸਿਰਫ ਭਾਵਨਾਤਮਕ ਵਿਕਾਸ। ਠੀਕ ਹੈ, ਨੈਕਸਟ ਦੇਖੋ ਜੀ 12th ਕੁਐਸਚਨ, ਅਲੱਗ-ਅਲੱਗ ਤਰ੍ਹਾਂ ਦੀ ਤੁਹਾਨੂੰ ਇਹਦੇ ਵਿੱਚ ਟੀਚਿੰਗ ਐਪਟੀਟਿਊਡ ਵੀ, ਪੈਡਾਗੋਜੀ ਵੀ, ਚਾਈਲਡ ਡਿਵੈਲਪਮੈਂਟ ਵੀ, ECCE ਨਾਲ ਰਿਲੇਟਡ ਵੀ ਸਾਰਾ ਕੁਛ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ। ਤੇ ਬਹੁਤ ਸਾਰੇ ਕੁਐਸਚਨ ਜਿਹੜੇ ਤੁਹਾਨੂੰ ਕਰਵਾਏ ਹੋਏ ਆ ਉਹਦੇ ਵਿੱਚੋਂ ਹੀ ਪੇਪਰ ਆਏਗਾ। ਠੀਕ ਹੈ, ਜੀਨ ਪਿਆਜੇ ਮੋਸਟ ਇੰਪੋਰਟੈਂਟ ਹੈ, ਸਾਰੇ ਜਣੇ ਜੀਨ ਪਿਆਜੇ ਦੀ ਥਿਊਰੀ ਜ਼ਰੂਰ ਪੜ੍ਹ ਕੇ ਜਾਇਓ। ਇੱਕ ਬੱਚਾ ਸਕਾਲਰਸ਼ਿਪ ਲੈਣ ਲਈ ਸਖਤ ਪੜ੍ਹਾਈ ਕਰਦਾ ਹੈ ਤੇ ਇਹ ਕਿਸ ਗੱਲ ਦੀ ਉਦਾਹਰਨ ਹੈ? ਕਿਹੜੀ ਪ੍ਰੇਰਨਾ ਉਹਦੇ ਵਿੱਚ? ਅੰਤਰਿਕ ਪ੍ਰੇਰਨਾ ਮੀਨਸ ਇੰਟ੍ਰਿੰਸਿਕ ਮੋਟੀਵੇਸ਼ਨ, ਜਾਂ ਐਕਸਟ੍ਰਿੰਸਿਕ, ਜਾਂ ਧਨਾਤਮਕ ਪੋਜ਼ਿਟਿਵ ਮੋਟੀਵੇਸ਼ਨ ਕੁਝ ਵੀ ਨਹੀਂ ਹੁੰਦਾ, ਜਾਂ ਡੀ ਉਪਰੋਕਤ ਕੋਈ ਨਹੀਂ ਹੋ ਸਕਦਾ। ਦੇਖੋ, ਇੱਕ ਬੱਚਾ ਸਕਾਲਰਸ਼ਿਪ ਲੈਣ ਲਈ ਸਖਤ ਪੜ੍ਹਾਈ ਕਰ ਰਿਹਾ, ਮਤਲਬ ਉਹ ਪੜ੍ਹਾਈ ਕਿਉਂ ਕਰ ਰਿਹਾ? ਜਸਟ ਬਿਕੋਜ਼ ਕਿ ਬਾਹਰ ਉਹਦਾ ਕੋਈ ਮੋਟਿਵ ਹੈ। ਠੀਕ ਹੈ, ਬਾਹਰ ਕੋਈ ਮੋਟਿਵ ਹੈ ਮੀਨਸ ਉਹਨੇ ਸਕਾਲਰਸ਼ਿਪ ਲੈਣੀ ਹੈ, ਤਾਂ ਫਿਰ ਉਹ ਕਿਹੜੀ ਮੋਟੀਵੇਸ਼ਨ ਹੋਈ ਜੀ? ਐਕਸਟ੍ਰਿੰਸਿਕ। ਠੀਕ ਹੈ, ਕਿਹੜੀ ਮੋਟੀਵੇਸ਼ਨ ਹੋਈ? ਬਾਹਰੀ ਪ੍ਰੇਰਨਾ, ਐਕਸਟ੍ਰਿੰਸਿਕ ਮੋਟੀਵੇਸ਼ਨ। ਇੰਟ੍ਰਿੰਸਿਕ ਅੰਤਰਿਕ ਪ੍ਰੇਰਨਾ ਉਦੋਂ ਹੁੰਦਾ ਜਦੋਂ ਬੱਚਾ ਪੜ੍ਹ ਰਿਹਾ ਹੈ ਕਿ ਉਹਨੂੰ ਕੁਝ ਸਿੱਖਣ ਨੂੰ ਮਿਲੇਗਾ। ਇੱਕ ਬੱਚਾ ਜੋ ਹੈ ਸਖਤ ਪੜ੍ਹਾਈ ਕਰਦਾ ਹੈ ਤਾਂ ਕਿ ਉਹਨੂੰ ਟੌਫੀ ਮਿਲੇਗੀ, ਉਹਨੂੰ ਚੋਕਲੇਟ ਮਿਲੇਗੀ, ਉਹਨੂੰ ਗਿਫਟ ਮਿਲੇਗਾ, ਉਹਨੂੰ ਮੈਡਲ ਮਿਲੇਗਾ, ਇਹ ਸਾਰਾ ਬਾਹਰੀ ਪ੍ਰੇਰਨਾ ਹੈ। ਦੋ ਤਰ੍ਹਾਂ ਦੀਆਂ ਮੋਟੀਵੇਸ਼ਨ ਹੁੰਦੀਆਂ, ਐਕਸਟ੍ਰਿੰਸਿਕ, ਇੰਟ੍ਰਿੰਸਿਕ।
ਜਦੋਂ ਬੱਚਾ ਬਾਹਰ ਦੇ ਕੁਛ ਲੈਣ ਵਾਸਤੇ ਪੜ੍ਹਾਈ ਕਰਦਾ, ਉਹਦੇ ਵਾਸਤੇ ਕੁਛ ਸਿੱਖਦਾ, ਤਾਂ ਉਹਨੂੰ ਕਹਿੰਦੇ ਬਾਹਰੀ ਪ੍ਰੇਰਨਾ। ਜਦੋਂ ਬੱਚਾ ਆਪਦੇ ਅੰਦਰ ਲਈ ਵੀ ਮੈਂ ਕੁਛ ਸਿੱਖਾਂ, ਮੈਂ ਕੁਛ ਸਿੱਖਣਾ ਹੈ, ਮੇਰੇ ਅੰਦਰੋਂ ਹੀ ਇਹ ਚਾਹਤ ਹੈ ਕਿ ਮੈਂ ਇਹ ਚੀਜ਼ ਕਰਨੀ ਆ, ਮਤਲਬ ਮੈਨੂੰ ਬਹੁਤ ਸ਼ੌਂਕ ਹੈ ਇਹ ਚੀਜ਼ ਕਰਨ ਦਾ, ਉਹ ਕੀ ਹੋਊਗੀ? ਇੰਟਰਿੰਸਿਕ ਮੋਟੀਵੇਸ਼ਨ, ਜਿਹਦੇ ਵਿੱਚ ਬੱਚੇ ਨੂੰ ਕੋਈ ਲਾਲਚ ਨਹੀਂ ਬਾਹਰਲਾ, ਬੱਚੇ ਨੂੰ ਕੋਈ ਲਾਲਚ ਨਹੀਂ ਹੈਗਾ ਬਾਹਰਲਾ, ਨਾ ਪੈਸੇ ਦਾ, ਨਾ ਕੋਈ ਮੈਡਲਸ ਦਾ, ਬਸ ਉਹਨੇ ਖੁਦ ਵਾਸਤੇ ਕਰਨਾ, ਖੁਦ ਦੀ ਸੈਟਿਸਫੈਕਸ਼ਨ ਵਾਸਤੇ। ਜਿਵੇਂ ਕਿ ਹੁਣ ਅਸੀਂ ਤੁਹਾਨੂੰ ਪੜ੍ਹਾ ਰਹੇ ਹਾਂ, ਬਾਹਰਲਾ ਕੋਈ ਵੀ ਮੋਟਿਵ ਸਾਡਾ ਨਹੀਂ ਹੈਗਾ, ਬਸ ਅੰਦਰੋਂ ਹੀ ਹੈ, ਚਾਹਤ ਹੈ ਕਿ ਤੁਹਾਨੂੰ ਪੜ੍ਹਾਈਏ, ਤੁਹਾਨੂੰ ਸਿਖਾਈਏ, ਕਿ ਤੁਸੀਂ ਜੋ ਹੈ ਪੇਡ ਬੈਚਿਸ ਨਾ ਲਓ, ਤੁਹਾਡੇ ਪੈਸੇ ਨਾ ਲੱਗਣ, ਤੁਸੀਂ ਫ੍ਰੀ ਦੇ ਵਿੱਚ ਜੋ ਵੀ ਕੰਟੈਂਟ ਮਿਲਦਾ ਤੁਸੀਂ ਸਾਡੇ ਚੈਨਲ 'ਤੇ ਦੇਖ ਸਕਦੇ ਹੋ, ਠੀਕ ਹੈ। ਕੋਈ ਬਾਹਰੋਂ ਮੋਟਿਵ ਸਾਨੂੰ ਨਹੀਂ ਹੈ, ਨਾ ਹੀ ਸਾਨੂੰ ਕੋਈ ਇਹਦਾ ਪੈਸਾ ਮਿਲਦਾ, ਨਾ ਹੀ ਕੁਛ ਸਾਨੂੰ ਇਹਦੇ ਨਾਲ ਬੈਨੀਫਿਟ ਹੁੰਦਾ, ਬਸ ਜਸਟ ਕਿ ਤੁਹਾਨੂੰ ਅਵੇਅਰ ਕੀਤਾ ਜਾਵੇ, ਤੁਹਾਨੂੰ ਪੜ੍ਹਾਇਆ ਜਾਵੇ, ਇਹ ਸਾਡਾ ਅੰਦਰੋਂ ਹੀ ਮੋਟਿਵ ਹੈ, ਠੀਕ ਹੈ। ਤੁਹਾਡਾ ਵੱਧ ਤੋਂ ਵੱਧ ਸਾਨੂੰ ਅਗਰ ਪਿਆਰ ਮਿਲੂਗਾ ਤਾਂ ਸਾਨੂੰ ਇੱਕ ਵਧੀਆ ਲੱਗੂਗਾ, ਇਹ ਇੰਟਰਿੰਸਿਕ ਮੋਟੀਵੇਸ਼ਨ ਹੈ, ਠੀਕ ਹੈ। ਹਾਂਜੀ, 13th ਕੁਐਸਚਨ ਦੇਖੋ, which section provides for medical examination of child by women doctor under POCSO Act 2012? कि वूमेन डॉक्टर द्वारा बच्चे की मैडिकल एग्जामिनेशन कि बच्चे ना कोई रेप वगैरह होया, बच्चे ना कोई शोषण होया, वो मैडिकल सारा बच्चे का लैना, वो किहड़े सैक्शन के अंडर आंदा जी? सैक्शन नंबर 27 के अंडर आंदा है। पोक्सो एक्ट जो 2012 के लागू होया सी, उन्होंने कुछ सैक्शन बनाए हुए थे, सैक्शन 27 जिहदे अंडर जो है मैडिकल एग्जामिनेशन बच्चे का हुंदा। ये तुसीं लिख लो, फैक्चुअल क्वेश्चन है, तो याद रखने पैंदे हैं। 14th क्वेश्चन अज वास्ते अपना सेकेंड लास्ट क्वेश्चन, ठीक है। एक क्वेश्चन अपना जोड़ा है लैफ्ट है, विच सैक्शन ऑफ पोक्सो एक्ट हुंदा, वैसे इन्होंने गलत लिखता, प्रोवाइड्स अ पनिशमेंट फॉर कमिटिंग सैक्शुअल हरासमेंट अपॉन अ चाइल्ड, कि पोक्सो एक्ट के अधीन जो है प्रोवाइड्स अ पनिशमेंट फॉर कमिटिंग सैक्शुअल हरासमेंट, मतलब बच्चे के उपर सैक्शुअली हरासमेंट करन लई, रेप वगैरह करन दी साजिश कोशिश, तो उहदे लई की है पनिशमेंट देनी, गुनेगार नूं सज़ा देनी, वो किहड़े सैक्शन के अधीन आंदा जी? वो हुंदा सैक्शन नंबर 12, ठीक है। सैक्शन नंबर 12 के अधीन, सैक्शन नंबर 12 के अधीन ही की हुंदा कि पनिशमेंट जिहड़ी है दित्ती जांदी है उस गुनेगार नूं जिन्हें उहदे ते सैक्शुअली हरास कीता हुंदा, ठीक है। अगे देखो जी, लास्ट क्वेश्चन 15th, विद्यार्थियों की सीखण संबंधी समस्यावां नूं जानना कि किहड़ी किस्म का मुलांकन है, मतलब बच्चे की लर्निंग दी प्रॉब्लम्स, कि बच्चे नूं सीखण च प्रॉब्लम कित्थे हो रही है, वो किहड़ी टाइप का मुलांकन है, कि वो रूपात्मक मुलांकन है, कि वो तशखीशी मुलांकन है, कि वो योगात्मक है या फिर साधारण है। देखो, एक हुंदा एसे, मतलब सम्मेटिव नूं बोलदे योगात्मक, FA फॉर्मेटिव जो है रूपात्मक, तो एक हुंदा तशखीशी डायग्नोस्टिक असैसमेंट DA, ठीक है। जिहड़ा एसे ते FA है वो इन्हां वास्ते नहीं हुंदा। एसे जिहड़ा हुंदा वो सब तो लास्ट ते हुंदा, सबमिटिव असैसमेंट जमा साल दे लास्ट ते। फॉर्मेटिव असैसमेंट हुंदा विच दी तुसीं बच्चे दे टैस्ट लै रहे हो, बच्चे तो कुछ काम करवा रहे हो, विच हफ्ता, हर दिन, हर रोज़ या फिर थोड़े टाइम छड़ के। पर एसे हुंदा जमा लास्ट ते जदों तुसीं एग्जाम लैंदे हो बच्चों दे। पर जो डायग्नोस्टिक है वो इसे वास्ते है कि बच्चे दी सीखण संबंधी समस्यावां नूं जानिया जा सके, ताकि बच्चों की सीखण संबंधी प्रॉब्लम्स नूं समझा जा सके भी वो बच्चा कित्थे, मतलब बच्चे नूं कित्थे प्रॉब्लम हो रही है, तो उस तो बाद उन्होंने की दिता जाए रैमेडियल टीचिंग की जाए। उस तो बाद बच्चे नूं ਉਹਦੇ मतलब ਰੈਮੇਡੀ ਕੀਤੀ ਜਾਵੇ, ਉਹਨੂੰ ਉਹੋ ਜਿਹਾ ਹੀ ਸਿਖਾਇਆ ਜਾਵੇ, ਜਿੱਥੇ ਉਹਨੂੰ ਪ੍ਰੋਬਲਮ ਆ ਰਹੀ ਹੈ ਉਹਨੂੰ ਵਿਸ਼ੇਸ਼ ਧਿਆਨ ਦੇ ਕੇ ਉਹਨੂੰ ਜਿਹੜਾ ਹੈ ਸਿਖਾਇਆ ਜਾ ਸਕੇ। ਲਓ ਜੀ, ਇਹ ਸੀ ਅੱਜ ਦੇ ਆਪਣੇ 15 ਕੁਐਸਚਨ। ਮੈਂ ਉਮੀਦ ਕਰਦੀ ਹਾਂ ਕਿ ਵਧੀਆ ਜੋ ਹੈ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਸੈਸ਼ਨ, ਤੇ 15 ਚੋਂ ਤੁਹਾਡੇ ਕਿੰਨੇ ਨੰਬਰ ਆਏ ਜ਼ਰੂਰ ਕਮੈਂਟ ਕਰਕੇ ਦੱਸਿਓ। ਲਰਨ ਮਾਈਲ ਸਾਡਾ ਫੇਸਬੁੱਕ ਪੇਜ ਵੀ ਹੈ, WhatsApp ਗਰੁੱਪ ਵੀ ਹੈ, ਟੈਲੀਗ੍ਰਾਮ ਚੈਨਲ ਵੀ ਹੈ। ਸਬਸਕ੍ਰਾਈਬ ਜ਼ਰੂਰ ਕਰਿਓ, ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਲਾਈਕ ਸ਼ੇਅਰ ਕਰਨਾ ਨਾ ਭੁੱਲਿਓ। ਸੋ ਥੈਂਕ ਯੂ ਸੋ ਮਚ।